अस्सलाम वालेकुम जी दोस्तों, क्या हाल है? ठीक हो सर जी? इस तो पहले तकरीबन मैं 4 वीडियो बनाइयां सी अपनी मिर्च दियां ते ਉਹ ਮੈਂ ਸਾਰੀਆਂ ਅਪਡੇਟ ਕੀਤੀਆਂ ਔਰ ਜੋ ਸੂਰਤ ਹਾਲ ਇਸ ਦੇ ਨਾਲ ਮਿਰਚ ਦੇ ਨਾਲ ਹੋਈ ਹੈ ਪੈਦਾ ਕਰਨ ਨਾਲ ਔਰ ਇਹਦੀ ਜਰਮੀਨੇਸ਼ਨ ਨਾਲ, ਉਹ ਤਕਰੀਬਨ ਮੈਂ ਸਾਰੀ ਮਾਲੂਮਾਤ ਜਿਹੜੀ ਹੈ ਨਾ ਉਹ ਵੀਡੀਓ ਦੇ ਵਿੱਚ ਪਹਿਲੇ ਮੈਂ ਦੱਸ ਚੁੱਕਾ ਹਾਂ। ਇਹ ਤਕਰੀਬਨ 5ਵੀਂ ਵੀਡੀਓ ਹੈ ਅੱਜ ਐਸੀ, ਕਿਉਂਕਿ ਜ਼ਮੀਨ ਲੇਟ ਹੋ ਗਈ। ਅੱਗੇ ਲਾਵਣ ਦੀ ਵਜ੍ਹਾ ਨਾਲ ਧਾਨ ਲਗਾਇਆ ਸੀ, ਧਾਨ ਦੀ ਵਜ੍ਹਾ ਨਾਲ ਲੇਟ ਹੋ ਗਿਆ ਸੀ। ਇਸ ਵਜ੍ਹਾ ਨਾਲ ਅੱਜ ਤਕਰੀਬਨ 42 ਦਿਨ ਦੀ ਪਨੀਰੀ ਹੋ ਚੁੱਕੀ ਹੈ ਜੀ, ਜਿਸ ਦਾ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ। ਕਿਉਂਕਿ ਅਸੀਂ ਇਹ 3-4 ਤਰੀਕ ਨੂੰ, 1 ਤਰੀਕ ਨੂੰ ਵੈਸੇ 28-29 ਨੂੰ ਲਾਵਣੀ ਹੈ ਅਤੇ ਉਹ ਲੇਟ ਹੋਣ ਦੀ ਵਜ੍ਹਾ ਨਾਲ ਨਾ ਇਹ 2-3 ਦਿਨ ਹੋਰ ਪੈ ਗਏ। ਇਨਸ਼ਾਅੱਲਾ ਹੁਣ ਇਹ ਜ਼ਮੀਨ ਵੀ ਵਿਖਾ ਦੇਵਾਂ ਤਿਆਰ ਹੁੰਦੀ, ਤਿਆਰ ਜ਼ਮੀਨ ਹੋਈ ਪਈ ਹੈ। ਇਨਸ਼ਾਅੱਲਾ ਇਹ ਹੁਣ 5 ਤਰੀਕ ਤੋਂ ਪਹਿਲੇ ਨਹੀਂ ਲੱਗਦੀ। ਇਹ ਜ਼ਮੀਨ ਹੈ ਜੀ ਸਾਹਮਣੇ ਤਿਆਰ ਕੀਤੀ, 5 ਤਰੀਕ ਨੂੰ ਇਨਸ਼ਾਅੱਲਾ ਹੁਣ ਸ਼ਿਫਟ ਕਰਾਂਗੇ, ਚਾਹੇ ਜਿਤਨੇ ਦਿਨ ਦੀ ਵੀ ਹੋ ਗਈ ਹੈ। ਔਰ ਇਹਦੇ ਵਿੱਚ ਮੈਂ ਜਿਹੜਾ ਇਹ ਬੈਡਾਂ 'ਤੇ ਲਗਾਇਆ ਸੀ, ਅਸਲ ਵਿਖਾਵਣ ਦਾ ਅੱਜ ਫਿਰ ਮਸਲਾ ਇਹ ਮਕਸਦ ਇਹ ਹੈ। ਇਹ ਸਾਹਮਣੇ ਜੀ ਪਲਾਟ ਬੈੱਡ 'ਤੇ ਇਹ ਜ਼ਮੀਨ ਹੈ, ਬੱਲ ਪਾਈ ਹੋਈ ਹੈ ਅਤੇ ਉਹਦੇ 'ਤੇ ਲਾਇਆ ਸੀ ਬੱਲ ਪਾ ਤੇ ਉਸ ਵਿੱਚ ਇਹ ਸਾਹਮਣੇ ਪਨੀਰ ਦੀ ਹਾਈਟ ਥੋੜ੍ਹੀ ਜਿਹੀ ਜ਼ਿਆਦਾ ਹੋ ਗਈ ਹੈ। ਉਹ ਜਿਸ ਨਿਸਬਤ ਨਾਲ ਉਹਨੇ ਹੋਣਾ ਹਾਂ ਉਸ ਤੋਂ ਜ਼ਿਆਦਾ ਹੋ ਗਈ ਇਹਦੀ ਹਾਈਟ, ਕਿਉਂਕਿ ਕਾਫੀ ਦਿਨ ਦੀ ਹੋ ਗਈ। ਔਰ ਇਹ ਤਕਰੀਬਨ 4 ਬੈੱਡ ਲੱਗੇ ਹੋਏ ਸੀ ਪਨੀਰ, ਆਪਣੇ 5 ਬੈੱਡ ਲੱਗੇ ਹਨ ਜੀ। ਭਲ ਲਿਆਂਦੀ ਹੈ ਨਹਿਰ ਤੋਂ ਚੁੱਕ ਤੇ ਅਤੇ ਉਹਦੇ ਵਿੱਚ ਲਿਆ ਤੇ ਇਹ ਪਾਈਏ ਸੀ। ਉਸ ਤੋਂ ਬਾਅਦ ਅਸਲ ਤੁਹਾਨੂੰ ਵਿਖਾਉਣ ਸਾਰਾ ਮਕਸਦ ਇਹ ਹੈ, ਇਹ ਦੇਖੋ ਜੀ ਹਾਈਟ ਹੋ ਗਈ ਜ਼ਿਆਦਾ, ਪੌਦੇ ਤੋਂ ਪੌਦੇ ਦਾ ਫਾਸਲਾ ਇਹ ਵੇਖੋ। ਇੱਕ ਤਾਂ ਇਹ ਵਿਖਾਉਣਾ ਹਾਂ ਕਿ ਪੌਦੇ ਤੋਂ ਪੌਦੇ ਦਾ ਫਾਸਲਾ ਹੋਵੇ ਸੀ ਤੇ ਸਿਹਤਮੰਦ ਰਹਿੰਦਾ ਹੈ ਜੀ। ਇਹ ਸਾਹਮਣੇ ਹੈ ਜੀ, ਇਹ ਵੇਖੋ ਹਰ ਪੌਦੇ ਨੂੰ ਇੱਕ ਦੂਜੇ ਪੌਦੇ ਤੋਂ ਅਲੱਗ ਅਲੱਗ ਹੈ ਜੀ। ਔਰ ਜਿਹੜੀ ਟਰੇਆਂ 'ਚ ਲੱਗੀ ਸੀ ਉਹਦੇ ਬਾਰੇ ਵੀ ਤੁਹਾਨੂੰ ਮੈਂ ਦੱਸਣਾ ਹਾਂ ਸੀ ਵੀ ਉਹਦਾ ਅਤੇ ਇਹਦਾ ਕੋਈ ਫ਼ਰਕ ਜਿਹੜਾ ਹੈ ਸੀ। ਇਹਦਾ ਕਲਰ ਬਿਲਕੁਲ ਵੇਖੋ ਜ਼ਬਰਦਸਤ ਖੜਾ ਹੈ, ਹਰਾ ਭਰਾ ਖੜਾ ਹੈ ਕਲਰ। ਇਹਦਾ ਕਲਰ ਨਹੀਂ ਟੁੱਟਾ। ਇਹ ਜਿਹੜੀ ਬੈੱਡ 'ਤੇ ਲੱਗੀ ਸੀ ਆਪਣੀ ਜ਼ਮੀਨ ਦੇ ਬਲ ਝਾਂ 'ਤੇ ਇਹ ਵੀ ਬੈੱਡ 'ਤੇ ਲੱਗੀ ਜੀ। ਥੋੜ੍ਹਾ ਜਿਹਾ ਆ ਸੀ ਜਿਹੜੀ, ਇਹਦਾ ਕਲਰ ਵੀ ਠੀਕ ਹੈ ਉਹਦੀ ਨਿਸਬਤ। ਔਰ ਜਰਮੀਨੇਸ਼ਨ ਕਾफ़ी ਹੋਈ ਹੈ ਜ਼ਬਰਦਸਤ। ਅਸਲ ਮਕਸਦ ਇਹ ਸੀ ਆਹ ਲੱਗੇ ਹੋਏ ਸੀ ਜੀ ਆਪਣੇ ਟਰੇਆਂ ਦੇ ਵਿੱਚ। ਇਹਦਾ ਕਲਰ ਵੇਖ ਲਓ, ਜਿਸ ਦਿਨ 30 ਦਿਨ ਤੱਕ ਤਾਂ ਤਕਰੀਬਨ ਇਹਦਾ ਕਲਰ ਬਿਲਕੁਲ ਬਿਹਤਰੀਨ ਰਿਹਾ ਹੈ। 30 ਦਿਨ ਤੱਕ, 30 ਦਿਨ ਤੋਂ ਬਾਅਦ ਵਿੱਚ ਇਹਦਾ ਕਲਰ ਚੇਂਜ ਹੋਣਾ ਹੋ ਗਿਆ ਹੈ। ਇਹ ਟਰੇ ਮਹੀਨਾ 30 ਦਿਨ ਤੱਕ। ਔਰ ਉਸ ਤੋਂ ਇਲਾਵਾ ਇਹਨੂੰ ਇੱਕ ਹੋਰ ਬੜਾ ਪ੍ਰੋਬਲਮ ਬਣਾਇਆ ਸੀ। ਆਹ ਪੌਦਾ ਵੇਖ ਰਹੇ ਨੇ ਜੀ, ਇਹਨੂੰ ਸੁੰਡੀ ਬੜੀ ਪਈ ਹੈ, ਕੋਈ ਖੇਤ ਦੇ ਵਿੱਚ ਲੱਗੀ ਹੈ। ਸਾਹਮਣੇ ਵੇਖੋ ਕਾਟਨ ਖੜੀ ਹੈ, ਇਸ ਸਾਈਡ 'ਤੇ ਧਾਨ ਆਇਆ, ਸਾਹਮਣੇ ਧਾਨ ਆਇਆ ਜੀ, ਇਸ ਸਾਈਡ 'ਤੇ ਵੀ ਧਾਨ ਆ। ਇਹ ਖਾਲੀ ਕਿੱਲਾ ਆਇਆ ਸੀ ਜਿੱਥੇ ਆਪਾਂ ਬੈਠੇ ਸੀ, ਇਹ ਕੜਾ ਸੀ। ਇਹਨੂੰ ਜੀ ਸੁੰਡੀ ਦਾ ਜਿਹੜਾ ਪ੍ਰੋਬਲਮ ਬਣਦਾ ਰਿਹਾ ਨਾ, ਬਹੁਤ ਜ਼ਿਆਦਾ ਬਣਿਆ ਸੀ ਸੁੰਡੀ ਦਾ। ਸੁੰਡੀ ਦੇ ਪ੍ਰੋਬਲਮ ਨਾਲ ਇਹ ਵੇਖੋ ਇਸ ਨੂੰ ਥੱਲੇ ਪੱਤੇ ਉਹ ਖਾਧੇ ਨੇ ਉਹਨੇ, ਬਹੁਤ ਜ਼ਿਆਦਾ ਬਰੀਕ ਛੋਟੀ ਛੋਟੀ ਸੁੰਡੀ ਹੋ ਗਈ ਹੈ। ਔਰ 30 ਦਿਨ ਤੱਕ ਇਹਦਾ ਕਲਰ ਬਿਲਕੁਲ ਬਿਹਤਰੀਨ ਰਿਹਾ, ਜਿਸ ਤਰੀਕੇ ਨਾਲ ਪਹਿਲੇ ਉਹ ਸਾਹਮਣੇ ਨਜ਼ਰ ਆ ਰਹੀ ਹੈ ਨਾ ਜੀ, ਉਹਦਾ ਰਿਹਾ ਕਲਰ ਉਸੇ ਤਰੀਕੇ ਨਾਲ ਇਹਦਾ ਕਲਰ ਜਿਹੜਾ ਨਾ ਬੜਾ ਬਿਹਤਰੀਨ ਰਿਹਾ। 30 ਦਿਨ ਤੋਂ ਬਾਅਦ ਵਿੱਚ ਇਹਦਾ ਕਲਰ ਪੀਲਾ ਹੋਣਾ ਸ਼ੁਰੂ ਹੋ ਗਿਆ। ਉਸ ਨੂੰ ਵੀ ਸਪਰੇਅ ਕਰ ਰਹੇ ਹਾਂ ਅਸੀਂ, ਉੱਤੇ ਟਾਨਿਕ ਵੀ ਹੋ ਰਹੀ ਹੈ ਸੀ, ਇਹਦੇ ਵੀ ਕਰ ਰਹੇ। ਖੁਰਾਕ ਸਾਰਿਆਂ ਦੀ ਬਰਾਬਰ ਹੈ, ਲਿਹਾਜ਼ਾ ਇਹਦੇ 'ਚ ਮੁੜ ਫਰਕ ਇਹ ਮਹਿਸੂਸ ਹੁੰਦਾ ਹੈ ਕਿ ਜਿਹੜੀ ਇਹ ਪੀਟ ਮਾਸ ਹੈ ਇਹਦੇ ਵਿੱਚ ਮੁੜ ਖੁਰਾਕ ਦੀ ਕਮੀ ਆ ਜਾਂਦੀ ਹੈ। ਜਿਤਨਾ ਤੱਕ ਖੁਰਾਕ ਦੀ ਕਮੀ ਨਹੀਂ ਆਈ ਉਸ ਹੱਦ ਤੱਕ ਤਾਂ ਇਹਦਾ ਕਲਰ ਠੀਕ ਰਿਹਾ ਸੀ। ਜਿਸ ਟਾਈਮ ਖੁਰਾਕ ਦੀ ਕਮੀ ਆਈ ਹੈ ਉਸ ਟਾਈਮ ਇਹਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ। 30 ਤਰੀਕ ਤੱਕ ਜ਼ਬਰਦਸਤ ਰਿਹਾ, 30 ਤੋਂ ਬਾਅਦ ਚੇਂਜਿੰਗ ਹੋਣ ਹੋ ਗਈ। ਇਹਦਾ ਸੀ ਪੌਦਾ ਪੱਟ ਤੈਨੂੰ ਮੈਂ ਵਿਖਾਣੇ, ਪੌਦਾ ਪਟਿਆ ਸੀ ਔਰ ਥੱਲੂ ਉਹ ਹੋਰ ਪਾਟੇ ਤੋਂ ਉੱਤੋਂ ਪਟੀ ਗਿਆ, ਥੱਲੂ ਸਾਰੀ ਜੜ ਸਮੈਤ ਸਾਰਾ ਪਾਟੇ ਨੂੰ ਇਹਦੇ ਵਿੱਚ ਰੱਖ ਦੇ ਤਾਂ ਨਹੀਂ ਹੈ ਹੋ ਜਾ, ਤੈਨੂੰ ਕੋਈ ਮਸਲਾ ਨਹੀਂ। ਅਤੇ ਤੂੰ ਥੱਲੂ ਪੱਟ ਜਿਹੜਾ ਸਾਰੀ ਗਾਚ ਹੀ ਨਿਕਲਿਆ ਵੇ ਜਿਸ ਹਿਸਾਬ ਨਾਲ ਸਾਰੇ ਦੀ। ਲਿਹਾਜ਼ਾ ਹੁਣ ਅਸੀਂ ਇਹ ਵੇਖੋ ਇਹਨੂੰ ਵੀ ਸੁੰਡੀ ਪਈ ਹੈ ਜੀ। ਜਿਹੜਾ ਆਹ ਹਾਲਾਤ ਕੀਤਾ ਸੀ ਟਰੇਆਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੁੰਡੀ ਹੈ। ਇਹ ਵੇਖੋ ਪੱਤਿਆਂ ਨੂੰ ਸੁਰਾਖ ਹਨ ਜੀ, ਸ਼ਾਇਦ ਅਜੇ ਤੱਕ ਵੀ ਕੁਛ ਸੁੰਡੀ ਨਜ਼ਰ ਆ ਰਹੀ ਹੈ ਸੀ ਮੇਰਾ ਖਿਆਲ ਹੈ। ਹਾਂਜੀ
ਇਹ ਵੇਖੋ ਜੀ, ਇਹ ਸੁੰਡੀ ਨੇ ਕਮਾਲ ਕੀਤਾ ਜੀ, ਇਹਦਾ ਇਹ ਆਹ ਕਰ ਦਿੱਤੀ ਸੀ। ਹਾਂਜੀ, ਇਹ ਕਲਰ ਹੈ ਇਹਦਾ ਇਸ ਕਿਸਮ ਦਾ, ਤੇ ਆਹ ਨਿਕਲੀ ਹੈ ਗਾਚੀ ਇਹਦੇ ਚੋਂ। ਇਹ ਵੇਖੋ ਜੀ, ਹੁਣ ਸਾਫ ਜ਼ਰੇ ਜੀ ਇਹਦਾ ਇਹ ਕਲਰ ਹੈ। ਅਸੀਂ ਤੇ ਆਖਨੇ ਕਿ ਇਹਦੀ ਕਮੀ ਹੋ ਗਈ, ਇਹਦੇ ਵਿੱਚ ਖੁਰਾਕ ਦੀ ਕਮੀ, ਮੈਕਰੋ ਨਿਊਟ੍ਰੀਐਂਟਸ ਦੀ ਕਮੀ ਆ ਗਈ ਹੈ, ਜਿਹਦੀ ਵਜ੍ਹਾ ਨਾਲ ਇਹਦਾ ਕਲਰ ਆ ਰਹੀ ਹੈ ਸੀ। ਔਰ ਜਿਹੜੀ ਬੈੱਡ ਤੇ ਲੱਗੀ ਹੋਈ ਸੀ ਮਾਸ਼ਾਅੱਲਾ, ਉਹਦਾ ਕਲਰ ਤੁਸੀਂ ਵੇਖ ਲਓ ਉਸੇ ਤਰੀਕੇ ਦਾ। ਇਹ ਖੁਰਾਕ ਬਰਾਬਰ ਹੈ, ਸਪਰੇ ਇਹਨਾਂ ਨੂੰ ਬਿਲਕੁਲ ਬਰਾਬਰ ਦਿੱਤਾ ਹੈ ਸੀ। ਔਰ ਉਸ ਇਲਾਵਾ ਟਾਨਿਕ ਜੋ ਕਰਦੇ ਰਹੇ ਬਰਾਬਰ ਇਹਦੀ ਜ਼ਮੀਨ ਦੇ ਉੱਤੇ ਹੁੰਦੇ ਰਹੇ ਸੀ, ਇੱਕੋ ਜਿਹੇ ਹੁੰਦੇ ਰਹੇ ਸੀ। ਲਿਹਾਜ਼ਾ ਜਿਸ ਟਾਈਮ ਹੀ ਤੁਹਾਡੀ 25 ਤੋਂ ਅਸੀਂ ਅਸੈਸਮੈਂਟ ਕਰ ਲਈਏ ਕਿ 25 ਦਿਨ ਤੋਂ ਬਾਅਦ ਵਿੱਚ ਇਹਨੂੰ ਜ਼ਰੂਰ ਤੁਸੀਂ ਮੈਕਰੋ ਨਿਊਟ੍ਰੀਐਂਟਸ ਜਾਂ ਕੋਈ ਚੀਜ਼ ਇਹਨੂੰ ਥੱਲੇ ਖੁਰਾਕ ਇਹਨੂੰ ਦੇਣੀ ਚਾਹੀਦੀ ਹੈ, ਕਿ ਜਿਹੜੇ ਪੀਟ ਮੌਸ ਦੇ ਵਿੱਚ ਲੱਗੀ ਹੁੰਦੀ ਹੈ ਇਹਦੀ ਖੁਰਾਕ ਦੀ ਇਹਦੇ ਵਿੱਚ ਕਮੀ ਆ ਜਾਂਦੀ ਹੈ, ਜਿਸ ਵਜ੍ਹਾ ਨਾਲ ਇਹਦਾ ਪੀਲਾਪਨ ਸ਼ੁਰੂ ਹੋ ਜਾਂਦਾ ਹੈ ਸੀ। ਆ ਤੁਹਾਡੇ ਸਾਹਮਣੇ ਅਸੀਂ ਪੱਟ ਤੁਹਾਨੂੰ ਵਿਖਾ ਦਿੱਤੀ ਹੈ, ਔਰ ਵਾਜ਼ੇ ਫਰਕ ਵੇਖ ਲਓ। ਇਹ ਟਰੇਆਂ 'ਚ ਲੱਗੀ ਹੈ, ਵੇਖੋ। ਔਰ ਆ ਸਾਹਮਣੇ ਜਿਹੜੀ ਖੜੀ ਸੀ ਉਹ ਬੈੱਡ ਤੇ ਲੱਗੇ ਸੀ, ਜ਼ਮੀਨ ਦੇ ਭਲ ਪਾਈ ਹੈ, ਭਲ ਦੇ ਉੱਤੇ ਉਸ ਨੂੰ ਲਾ ਦਿੱਤਾ ਸੀ। ਇਹ ਹੁਣ ਤੁਹਾਨੂੰ ਅਸੀਂ ਜੈਨੂਅਨ ਸੂਰਤ ਹਾਲ ਜੋ ਵੀ ਸੂਰਤ ਹਾਲ ਹੈ ਨਾ, ਉਹ ਅਸੀਂ ਤੁਹਾਨੂੰ ਵਿਖਾ ਦਿੱਤੀ ਹੈ ਸੀ ਜੀ। अच्छा, मैंने स्प्रे आ गया, स्प्रे तो आया पिया, पता नहीं होगा ये भी बेच नहीं वेख देना मतलब दसना से। हाँ जी, ਇਹ ਵੇਖ ਲਓ, ਅਸੀਂ ਤਾਂ ਵਾਜ਼ੇ ਫਰਕ ਕੀਤਾ। ਅਗਰ ਕੋਈ ਇਹਦੇ ਬਾਰੇ ਹੋਵੇ ਕਮੈਂਟਸ ਸੀ, ਇਹਦੇ ਸਾਨੂੰ ਕੋਈ ਕਮੀ ਬੇਸ਼ੀ ਹੁੰਦੀ ਹੋਵੇ ਤਾਂ ਜ਼ਰੂਰ ਸਾਨੂੰ ਦੱਸਿਆ ਸੀ ਵੀ ਇਹਦੇ 'ਚ ਕਿਸ ਵਜ੍ਹਾ ਨਾਲ। ਅਸੀਂ ਤਾਂ ਮੈਕਰੋਨਿਊਟ੍ਰੀਐਂਟ ਖੁਰਾਕ ਦੀ ਕਮੀ ਲਾਈ ਹੈ ਵੀ ਇਹਦੇ ਖੁਰਾਕ ਦੀ ਕਮੀ ਆਈ ਹੈ ਤੇ ਇਹ ਪ੍ਰੋਬਲਮ ਬਣਾਇਆ ਸੀ, ਤੇ ਉਹਨੂੰ ਖੁਰਾਕ ਦੀ ਕਮੀ ਨਹੀਂ, ਕਿਉਂਕਿ ਉਹ ਮਿੱਟੀ ਤੇ ਲੱਗੀ ਹੋਈ ਸੀ। ਇਹ ਪੀਟ ਮੌਸ ਤੇ ਸੀ, ਪੀਟ ਮੌਸ ਦਾ ਤੇ ਮਿੱਟੀ ਦਾ ਫਰਕ ਸਾਫ ਜ਼ਰੇ ਵਾਜ਼ੇ ਹੋ ਗਿਆ ਸੀ ਹੁਣ ਜੀ। ਤੇ ਅਗਰ ਕੋਈ ਇਹਦੇ ਸਾਡੇ ਕੋਲ ਕੋਈ ਕਮੀ ਬੇਸ਼ੀ ਹੋਈ ਹੋਵੇ ਤਾਂ ਕਮੈਂਟਸ ਤੁਸੀਂ ਜ਼ਰੂਰ ਦੇਵੇ ਸੀ, ਤਾਂ ਕਿ ਸਾਡੀ ਇਸਲਾਹ ਹੋ ਸਕੇ ਸੀ। ਵਸਲਾਮ ਜੀ।